ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਪੰਜਾਬ ਇਸ ਵੇਲੇ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ ਲੈ ਕੇ ਹਾਜ਼ਰ ਹਾਂ ਪੰਜਾਬ ਇਸ ਵੇਲੇ ਦੇ ਵਿੱਚ ਪੰਜਾਬ ਦੀਆਂ ਤਾਜ਼ਾ ਖਬਰਾਂ। ਰੁਕ ਸਭ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਦੇ ਮਾਰਚ ਦੇ ਵੱਲ ਕਰਾਂਗੇ। ਬੀਤੇ ਦਿਨਾਂ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਜੋ ਮਾਰਚ ਪੰਜਾਬ ਦੇ ਵਿੱਚ ਆਰੰਭਿਆ ਗਿਆ ਸੀ, ਆਖਿਰਕਾਰ ਉਸ ਮਾਰਚ ਦੇ यूपी ਪਹੁੰਚਣ ਤੋਂ ਬਾਅਦ ਸਿਰਫ 24 ਵਿਅਕਤੀਆਂ ਨੂੰ ਹੀ ਅੱਗੇ ਵਧਣ ਦੀ ਇਜਾਜ਼ਤ ਮਿਲੀ, ਜਿਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ 24 ਵਿਧਾਇਕਾਂ ਤੇ ਮੰਤਰੀਆਂ ਦੇ ਨਾਲ ਅੱਗੇ ਵਧੇ ਨੇ। ਦੋਸਤੋ, ਸਿੱਧੂ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਅੱਜ ਲਖੀਮਪੁਰ ਖੀਰੀ ਜੋ ਅਤਿਆਚਾਰ ਹੋਇਆ ਹੈ, ਉਹਦੇ ਵਿੱਚ तमाम ਐਮਐਲਏ ਸਾਹਿਬਾਨ, ਮੰਤਰੀ ਸਾਹਿਬਾਨ ਅੱਜ ਉਹਨਾਂ ਦੇ ਪਰਿਵਾਰਾਂ ਨੂੰ ਮਿਲਣ ਵਾਸਤੇ ਤੇ ਉਹਨਾਂ ਨੂੰ ਮਿਲਣ ਵਾਸਤੇ ਜਾ ਰਹੇ ਸਨ। ਰਾਸਤੇ ਵਿੱਚ ਉੱਤਰ ਪ੍ਰਦੇਸ਼ ਦੀ ਸਰਕਾਰ ਨੇ ਜਿਸ ਤਰ੍ਹਾਂ ਜ਼ਾਸਤੀ ਧੱਕਾ ਜ਼ੁਲਮ ਦੇਖ ਸਕਦੇ ਹੋ, एडीजीपी ਸਾਹਿਬ, उत्तर प्रदेश की पुलिस ਜਿਹੜੇ ਲੋਕ ਸਾਨੂੰ ਗ੍ਰਿਫਤਾਰ ਕਰਕੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਅੱਜ ਉਹਨਾਂ ਪਰਿਵਾਰਾਂ ਨੂੰ ਮਿਲਣਾ ਚਾਹੁੰਦੇ ਸਨ। ਲੇਕਿਨ ਜਿਸ ਤਰ੍ਹਾਂ ਅੰਗਰੇਜ਼ ਹੁਕਮਰਾਨ ਸਰਕਾਰ ਵੀ ਇਸ ਤਰ੍ਹਾਂ ਨਹੀਂ ਕਰਦੀ ਸੀ, ਜਿਸ ਤਰ੍ਹਾਂ ਅੱਜ ਮੋਦੀ ਸਰਕਾਰ ਦਾ ਰਵੱਈਆ ਹੈ, ਜੋਗੀ ਸਰਕਾਰ ਦਾ ਰਵੱਈਆ ਹੈ, ਔਰ ਇਹਨਾਂ ਦੇ ਮਨ ਵਿੱਚ ਪੈ ਹੈ ਕਿ ਜੋ ਜ਼ਾਸਤੀ ਤੇ ਜੁਰਮ ਉਹਨਾਂ ਕਿਸਾਨ ਵੀਰਾਂ ਨਾਲ ਕੀਤਾ, ਕਿਤੇ ਦੇਸ਼ ਦੇ ਲੋਕ ਜਿਸ ਤਰ੍ਹਾਂ ਦਾ ਰੋਸ ਹੈ ਦੇਸ਼ ਦੇ ਲੋਕਾਂ ਦੇ ਵਿੱਚ ਔਰ ਹਮਦਰਦੀ ਹੈ ਉਹਨਾਂ ਪਰਿਵਾਰਾਂ ਦੇ ਲਈ, ਕਿਤੇ ਵੱਡਾ ਭਾਂਬੜ ਨਾ ਬਣ ਬੈਠੇ। ਇਸ ਕਰਕੇ ਅੱਜ ਸਾਡੀਆਂ ਸਾਰੀਆਂ ਗੱਡੀਆਂ ਉੱਥੇ ਡੱਕ ਕੇ ਫੜ ਕੇ ਅੱਜ ਉਧਰ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਵੀ ਮੀਡੀਆ ਦੇ ਨਾਲ ਗੱਲਬਾਤ ਕੀਤੀ ਗਈ ਹੈ। ਕਿ ਕੁਝ ਨਵਜੋਤ ਸਿੰਘ ਸਿੱਧੂ ਕਹਿ ਰਹੇ ਨੇ ਉਹ ਸੁਣੋ। एफआईआर में नाम है, फिर इन्वेस्टिगेशन अब तक क्यों ज्वाइन नहीं की, अरेस्ट क्यों नहीं हुई? क्या यूनियन मिनिस्टर और उसके बेटे कानून से बड़े हो गए, हमारे संविधान से बड़े हो गए? ये लड़ाई हमारी आन बान शान, जग की जान किसान के लिए है। ये बाबा नानक के कितने की लड़ाई है, ये मेरे लीडर प्रियंका जी और राहुल गांधी की लड़ाई है। इसमें अगर देही भी दांव पे लगानी पड़ी तो लगाऊंगा। मैं प्रण करता हूं कि जब तक वो इन्वेस्टिगेशन ज्वाइन नहीं करेंगे या अरेस्ट नहीं होगी, तब तक ये संघर्ष जारी रहेगा। यहां करीब करीब, और मैं गिनती भी भूल चुका हूं कितनी गाड़ियां होंगी मुझे नहीं पता, लेकिन हम सब जो वचन पे पाबंद ना हो वो इंसान नहीं होता। मैंने कभी कस्में नहीं खाई, वायदे नहीं किए। एक वचन दिया था कि किसान भाइयों को मैं अपनी पगड़ी मानता हूं। पहले दिन से पार्टियों से ऊपर उठ के ये लड़ाई लड़ी है और आज भी ये लड़ाई जारी रहेगी। ਤੇ ਇਸ ਖਬਰ ਤੇ ਪੂਰੀ ਜਾਣਕਾਰੀ ਦੇ ਲਈ ਸਿੱਧਾ ਚੱਲਦੇ ਹਾਂ ਸੀਨੀਅਰ ਪੱਤਰਕਾਰ ਵਿਜੇ ਮੌਰਿਆ ਹੋਣਾ ਦੇ ਵੱਲ। ਗਗਨ ਜੀ, ਦੇਰ ਰਾਤ ਆਖਿਰਕਾਰ ਨਵਜੋਤ ਸਿੰਘ ਸਿੱਧੂ ਤੇ ਉਹਨਾਂ ਦੇ ਨਾਲ ਕਾਂਗਰਸ ਦੇ ਐਮਐਲਏਸ ਤੇ ਕੈਬਨਿਟ ਮਿਨਿਸਟਰਸ ਨੂੰ ਕਰੀਬ 25 ਲੋਕਾਂ ਨੂੰ ਲਖੀਮਪੁਰ ਜਾਣ ਦੀ ਇਜਾਜ਼ਤ यूपी ਗਵਰਨਮੈਂਟ ਨੇ ਦੇ ਦਿੱਤੀ ਹੈ। ਔਰ ਆਪਾਂ ਕਹਿ ਸਕਦੇ ਕਿ ਜਿਸ ਤਰੀਕੇ ਨਾਲ ਅੱਜ ਦਿਨ ਭਰ ਉੱਥੇ ਬਾਰਡਰ ਤੇ ਸਹਾਰਨਪੁਰ ਬਾਰਡਰ ਤੇ ਜਦੋਂ ਸਿੱਧੂ ਔਰ ਉਹਨਾਂ ਦੇ ਨਾਲ ਹੋਰ ਸਾਥੀ ਜਿਹੜੇ ਕਿ ਇਸ ਮਾਰਚ ਵਿੱਚ ਜਾ ਰਹੇ ਸੀ ਸ਼ਾਮਲ ਹੋ ਕੇ, ਬੜੀ ਹੀ ਪੁਲਿਸ ਨਾਲ ਜੱਦੋ ਜਹਿਦ ਉਠਾਣੀ ਪਈ ਉਹਨਾਂ ਨੂੰ। ਬੜਾ ਕੁਛ ਸਿੱਧੂ ਸਾਹਿਬ ਨੇ ਵੀ ਬੋਲਿਆ ਕਿ ਲੋਕਤੰਤਰ ਦਾ ਹਵਾਲਾ ਦਿੱਤਾ, ਸੰਵਿਧਾਨ ਦੀ ਮਰਿਆਦਾ ਗਿਣਾਈ। ਉਸ ਦੇ ਬਾਵਜੂਦ ਵੀ ਪੁਲਿਸ ਨੇ ਕਾਂਗਰਸੀ ਐਮਐਲਏਸ ਤੇ ਔਰ ਸਿੱਧੂ ਸਾਹਿਬ ਨੂੰ ਅੱਗੇ ਜਾਣ ਨਹੀਂ ਦਿੱਤਾ। ਲੇਕਿਨ ਜਿਸ ਤਰ੍ਹਾਂ ਲਗਾਤਾਰ ਟਕਰਾਵ ਕਿਤੇ ਨਾ ਕਿਤੇ ਵੱਧ ਰਿਹਾ ਸੀ, ਉਹਨੂੰ ਦੇਖਦੇ ਹੋਏ यूपी ਗਵਰਨਮੈਂਟ ਨੂੰ ਲੱਗ ਗਿਆ ਕਿ ਵੀ ਸਿੱਧੂ ਔਰ ਉਹਨਾਂ ਦੇ ਸਾਥੀ ਮੰਨਣਗੇ ਨਹੀਂ, ਇਸ ਲਈ ਇਹਨਾਂ ਨੂੰ ਮਿਲਣ ਦੇਣਾ ਹੀ ਠੀਕ ਰਹੇਗਾ। ਸੋ ਦੇਰ ਰਾਤ ਆਖਿਰਕਾਰ यूपी ਪ੍ਰਸ਼ਾਸਨ ਚੁੱਕਿਆ ਔਰ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਸਮੇਤ ਜਿਹੜੇ ਉਹਨਾਂ ਦੇ 25 ਸਾਥੀ ਨੇ ਉਹਨਾਂ ਨੂੰ ਅੱਗੇ ਲਖੀਮਪੁਰ ਜਿਹੜੇ ਪੀੜਿਤ ਪਰਿਵਾਰ ਨੇ ਉਹਨਾਂ ਨੂੰ ਮਿਲਣ ਦੀ ਇਜਾਜ਼ਤ ਦੇ ਦਿੱਤੀ ਹੈ। ਸੋ ਮੈਂ ਸਮਝਦਾ ਕਿ ਚਲੋ ਦੇ ਸਹੀ ਆ ਗਏ, ਦੁਰਸਤ ਰਾਸਤੇ ਤੇ ਆ ਗਈ यूपी ਗਵਰਨਮੈਂਟ। ਔਰ ਮੈਂ ਇੱਕ ਗੱਲ ਹੋਰ ਦੱਸਦਾ ਗਗਨ ਜੀ,
ਨਵਜੋਤ ਸਿੰਘ ਸਿੱਧੂ ਔਰ ਉਹਨਾਂ ਦੇ ਸਾਥੀਆਂ ਨੂੰ ਇਹਦੇ ਪਿੱਛੇ ਇੱਕ ਕਹਾਣੀ ਵੀ ਕਿ ਕਿਉਂ ਨਹੀਂ ਜਾਣ ਦਿੱਤਾ ਜਾ ਰਿਹਾ ਸੀਗਾ। ਕਹਾਣੀ ਇਹ ਹੈ ਕਿ 2022 ਦੇ ਵਿੱਚ ਵੀ ਯੂਪੀ ਦੇ ਵਿੱਚ ਵੀ ਚੋਣਾਂ ਹੋਣ ਜਾ ਰਹੀਆਂ ਔਰ ਪੰਜਾਬ ਦੇ ਨਾਲ ਹੀ ਲਗਭਗ ਚੋਣਾਂ ਹੋਣਗੀਆਂ, ਤਾਂ ਉਹਨੂੰ ਦੇਖਦੇ ਹੋਏ ਜਿਸ ਤਰੀਕੇ ਨਾਲ ਸਿੱਧੂ ਔਰ ਉਹਨਾਂ ਦੇ ਸਾਥੀ ਐਕਟਿਵ ਨਜ਼ਰ ਆ ਰਹੇ ਹੈ ਔਰ ਪ੍ਰਿयंका ਗਾਂਧੀ ਵੀ ਪੂਰੇ ਯੂਪੀ ਦੇ ਵਿੱਚ ਜਗ੍ਹਾ ਜਗ੍ਹਾ ਦੌਰੇ ਕਰ ਰਹੇ ਹੈ, ਤਾਂ ਬੀਜੇਪੀ ਇਹ ਨਹੀਂ ਚਾਹੁੰਦੀ ਕਿ ਜਿਹੜੀ ਕਾਂਗਰਸ ਹੈ ਉਹ ਵੱਡੇ ਪੈਮਾਨੇ ਤੇ ਖੜੀ ਹੋ ਪਾਵੇ, ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਕਾਂਗਰਸ ਬਹੁਤ ਵੀਕ ਹੈ ਯੂਪੀ ਦੇ ਵਿੱਚ ਔਰ ਉਹਨੂੰ ਮਜ਼ਬੂਤ ਕਰਨ ਲਈ ਪ੍ਰਿयंका ਗਾਂਧੀ ਜਿਸ ਤਰੀਕੇ ਨਾਲ ਬਾਰ-ਬਾਰ ਉੱਥੇ ਦੌਰੇ ਕਰ ਰਹੇ ਹੈ ਔਰ ਖਾਸ ਤੌਰ ਤੇ ਜਿਸ ਤਰ੍ਹਾਂ ਇਹ ਵੱਡਾ ਉੱਥੇ ਮਾੜਾ ਹਾਦਸਾ ਹੋਇਆ ਉਹਨੂੰ ਦੇਖਦੇ ਹੋਏ ਕਿਤੇ ਨਾ ਕਿਤੇ ਉਸ ਨੂੰ ਵੀ ਆਕਸੀਜਨ ਮਿਲਦੀ ਨਜ਼ਰ ਆ ਰਹੀ ਹੈ। ਇਸ ਕਰਕੇ ਯੂਪੀ ਗਵਰਨਮੈਂਟ ਹੈਰਾਨ ਪਰੇਸ਼ਾਨ ਹੈ ਔਰ ਲਿਹਾਜ਼ਾ ਦੇਖਦੇ ਹੋਏ ਜਿਸ ਤਰ੍ਹਾਂ ਅੱਜ ਟਕਰਾਅ ਹੋਇਆ ਉਸ ਤੋਂ ਬਾਅਦ यूपी गवर्नमेंट ਨੂੰ ਸਮਝ ਲੱਗ ਗਿਆ ਕਿ ਕਾਂਗਰਸ ਐਮਐਲਏ ਔਰ ਸਿੱਧੂ ਸਾਹਿਬ ਨੂੰ ਰੋਕਣਾ ਬਹੁਤ ਮੁਸ਼ਕਿਲ ਹੋ ਜਾਏਗਾ। ਉਧਰ ਇੱਕ ਵਾਰ ਫਿਰ ਤੋਂ ਲਖੀਮਪੁਰ ਖੀਰੀ ਦੀ ਘਟਨਾ ਦੇ ਉੱਤੇ ਬੀਜੇਪੀ ਦੇ ਆਗੂ ਹਰਜੀਤ ਗਰੇਵਾਲ ਨੇ ਵੀ ਪ੍ਰਤੀਕਰਮ ਦਿੱਤਾ। ਹਰਜੀਤ ਗਰੇਵਾਲ ਅਕਸਰ ਆਪਣੇ ਬਿਆਨਾਂ ਕਰਕੇ ਚਰਚਾਵਾਂ ਦੇ ਵਿੱਚ ਰਹਿੰਦੇ ਨੇ। ਇੱਕ ਵਾਰ ਫਿਰ ਤੋਂ ਹਰਜੀਤ ਗਰੇਵਾਲ ਨੇ ਇਸ ਮਸਲੇ ਦੇ ਵਿੱਚ ਵੀ ਪ੍ਰਤੀਕਰਮ ਦਿੱਤਾ। ਕੀ ਕੁਝ ਕਹਿ ਰਹੇ ਨੇ ਹਰਜੀਤ ਗਰੇਵਾਲ, सुनो। ऐसा है, वहाँ पे उनके परिजन जो हैं उनको भी सांत्वना मिल गई है और स्टेट गवर्नमेंट ने अच्छा काम किया है कि सबको मुआवजा दिया, नौकरी भी दी और भी कंपनसेट किया। करना भी चाहिए था। तो ये तो राजनीति करने जा रहे हैं, ये क्या देंगे उनको, क्या करेंगे उन परिवारों, ये तो वहाँ और आग लगाने जा रहे हैं। और इसकी राजनीति नहीं ऐसी चीज़ों पे होनी चाहिए और कांग्रेस के पास तो अधिकार ही नहीं है ऐसा करने का, ये नहीं होना चाहिए। मेरे को भी ये बात कहनी नहीं चाहिए थी कांग्रेस के विषय में, मगर कहनी पड़ी कि जिस तरह की राजनीति ये कर रहे हैं ये नहीं करनी चाहिए। अरे दिल्ली में वो तो बात चलती रहती है, वो किसी बात पे, ये कोई आंदोलन के लिए आंदोलन थोड़ा है, कानून तो लागू ही नहीं है। मानयोग सुप्रीम कोर्ट ने रोक लगाई हुई है और पार्टी बीजेपी सरकार ने, जो केंद्र में मोदी जी की सरकार है, उसने ये कह दिया है कि जब तक किसानों से बातचीत नहीं होगी, कोई समाधान नहीं होगा, तब तक कानून लागू नहीं होंगे। तो फिर तो आंदोलन के लिए आंदोलन है, ये तो बैठ के टेबल पे बात हो सकती है, आंदोलन करने की क्या ज़रूरत है इसके लिए जब इतनी बात हो गई। अरे भाई वापस ऐसे कैसे हो जाएंगे, कानून कोई बुरे थोड़ा बनाए हैं, कानून पे तर्कसंगत जो बातें हैं वो हमेशा ऐसे ही समाधान होते हैं कानूनों के। समय समय पे जो कानून कुछ मदों की ज़रूरत नहीं रहती वो चेंज हो जाती हैं, तो इसमें कोई ऐसी बात नहीं है। तो ये मेरा तो ये कहना है कि इनको इस तरह से नहीं करना चाहिए, आंदोलन नहीं करना चाहिए, बातचीत करनी चाहिए, इसका समाधान निकालना चाहिए। ਇੱਕ ਪਾਸੇ ਜਿੱਥੇ ਦਿੱਲੀ ਦੀਆਂ ਵਰੂਹਾਂ ਦੇ ਉੱਤੇ ਪੰਜਾਬ ਦੇ ਕਿਸਾਨ ਪ੍ਰਦਰਸ਼ਨ ਕਰ ਰਹੇ ਨੇ, ਦੂਜੇ ਪਾਸੇ ਪੰਜਾਬ ਦੀ ਜੇਕਰ ਗੱਲ ਕਰੀਏ, ਪੰਜਾਬ ਦੀਆਂ ਮੰਡੀਆਂ ਦੇ ਵਿੱਚ ਵੀ ਬਹੁਤ ਵੱਡੀਆਂ ਕਿੱਲਤਾਂ ਦੇ ਨਾਲ ਜੂਝਣਾ ਪੈ ਰਿਹਾ ਹੈ ਪੰਜਾਬ ਦੇ ਅੰਨਦਾਤੇ ਨੂੰ, ਕਿਉਂਕਿ ਪੰਜਾਬ ਦੀਆਂ ਕਈ ਮੰਡੀਆਂ ਦੇ ਵਿੱਚ ਹਜੇ ਵੀ ਸਰਕਾਰੀ ਖਰੀਦ ਸ਼ੁਰੂ ਨਹੀਂ ਕੀਤੀ ਗਈ ਹੈ। ਗੱਲ ਜਲਾਲਾਬਾਦ ਦੀ ਕਰਾਂਗੇ। ਤਸਵੀਰਾਂ ਜਿਹੜੀਆਂ ਨੇ ਜਲਾਲਾਬਾਦ ਦੀਆਂ ਨੇ। ਜਲਾਲਾਬਾਦ ਦੀ ਮੰਡੀ ਦੇ ਵਿੱਚ ਸਰਕਾਰੀ ਖਰੀਦ ਸ਼ੁਰੂ ਨਾ ਹੋਣ ਦੇ ਚੱਲਦਿਆਂ ਕਿਸਾਨ ਖੱਜਲ ਖੁਆਰ ਹੋ ਰਹੇ ਨੇ। ਕਿਸਾਨਾਂ ਦਾ ਕਹਿਣਾ ਹੈ ਕਿ ਕਿਸੇ ਤਰ੍ਹਾਂ ਦਾ ਵੀ ਪ੍ਰਬੰਧ ਮੰਡੀ ਦੇ ਵਿੱਚ ਨਹੀਂ ਕੀਤਾ ਗਿਆ, ਨਾ ਹੀ ਕਿਸਾਨਾਂ ਦੇ ਕਿਤੇ ਖੜਨ ਬੈਠਣ ਦਾ ਇੰਤਜ਼ਾਮ ਹੈ ਤੇ ਨਾ ਹੀ ਕਿਸਾਨਾਂ ਦੇ ਲਈ ਜ਼ਰੂਰੀ ਪ੍ਰਬੰਧ ਜਿਹੜੇ ਨੇ ਉਹ ਪਾਣੀ ਤੱਕ ਵੀ ਮੁਹੱਈਆ ਨਹੀਂ ਕਰਵਾਇਆ ਜਾਂਦਾ। ਸੋ ਇਸ ਨੂੰ ਲੈ ਕੇ ਕਿਸਾਨਾਂ ਨੇ ਨਾਰਾਜ਼ਗੀ ਜਤਾਈ। ਉਹਨਾਂ ਦਾ ਕਹਿਣਾ ਕਿ ਜੇਕਰ ਜਲਦ ਸਰਕਾਰ ਨੇ ਸਾਡੇ ਵੱਲ ਧਿਆਨ ਦਿੱਤਾ ਤਾਂ ਬਹੁਤ ਵੱਡਾ ਸੰਘਰਸ਼ ਉਲੀਕਾਂਗੇ। ਅਸੀਂ ਜ਼ਿਮੀਂਦਾਰ ਦੇ ਨਾਲ ਖੜੇ ਹਾਂ 24 ਘੰਟੇ। ਅਸੀਂ ਚਾਹੁੰਦੇ ਹਾਂ ਕਿ ਅੱਜ ਤੋਂ ਲੈ ਕੇ ਜੇ ਸਾਡੀ ਇਹ ਚੁਕਾਈ ਦਾਨ ਦੀ ਸ਼ੁਰੂ ਹੁੰਦੀ ਏ, ਵਿਕਣਾ ਸ਼ੁਰੂ ਹੁੰਦਾ ਹੈ, ਸਾਨੂੰ ਬਾਰਦਾਨਾ ਮਿਲੇ, ਇਸ ਝੋਨੇ ਨੂੰ ਅਸੀਂ ਟਾਈਮ ਨਾਲ ਸੰਭਾਲ ਕੇ ਜ਼ਿਮੀਂਦਾਰ ਵੀ ਆਪਣੇ ਘਰ ਜਾਵੇ ਔਰ ਸਾਡੀ ਮੰਡੀ ਦੇ ਵਿੱਚ ਜਿਹੜੀ ਇਹ ਸਾਰੀ ਇਹ ਦਾਨ ਦੀ ਰੇਸ਼ੋ ਥੋੜ੍ਹੀ ਥੋੜ੍ਹੀ ਘਟਦੀ ਜਾਏਗੀ, ਸੀਜ਼ਨ ਦੇ ਵਿੱਚ ਥੋੜ੍ਹਾ ਥੋੜ੍ਹਾ ਘਟਦੀ ਜਾਏਗੀ ਤੇ ਅਸੀਂ ਨਾਲ ਦੀ ਨਾਲ ਤੇ ਸਾਡੇ ਨਾ ਤਾਂ ਸਾਨੂੰ ਕੋਈ ਸਪੇਸ ਦੀ ਕਮੀ ਆਵੇਗੀ, ਮੰਡੀ ਦੇ ਵਿੱਚ ਸਪੇਸ ਵੀ ਬਣੀ ਰਹੇਗੀ। ਅੱਜ ਤੋਂ ਸ਼ੁਰੂ ਹੋ ਜਾਣਗੀਆਂ ਸਾਰੀਆਂ ਜੇ ਖਰੀਦ ਏਜੰਸੀਆਂ ਸਾਰੀਆਂ ਸ਼ੁਰੂ ਕਰਦੀਆਂ ਨੇ। ਇਹਨਾਂ ਨੇ ਹੁਣ ਐਸਡੀਐਮ ਸਾਹਿਬ ਨੇ ਕਿਹਾ ਕਿ ਅਸੀਂ 4 ਵਜੇ ਜੋ ਵੀ ਮੰਡੀ ਦੇ ਵਿੱਚ ਧਾਨ ਪਿਆ ਜਿਹੜਾ 17 ਤੱਕ ਮੋਇਸਚਰ ਆਵੇਗਾ ਅਸੀਂ ਖਰੀਦ ਕਰਾਂਗੇ, ਸਾਨੂੰ ਭਰੋਸਾ ਦਿੱਤਾ ਹੈ। ਬਾਕੀ ਅਸੀਂ ਮੈਡਮ ਦਾ ਜੇ 2 ਦਿਨਾਂ ਦੇ ਵਿੱਚ ਕਰਦੇ ਨੇ ਤਾਂ ਅਸੀਂ ਇਹਨਾਂ ਦੇ ਧੰਨਵਾਦੀ ਹਾਂ ਕਿ ਸਾਡਾ ਸਾਰਾ ਕਾਰੋਬਾਰ ਜਿਹੜਾ ਸਾਨੂੰ ਚੱਲ ਗਿਆ। ਅਸੀਂ ਚੇਤਾਵਨੀ ਦੇਣਾ ਚਾਹੁੰਦੇ ਹਾਂ ਪੰਜਾਬ ਸਰਕਾਰ ਨੂੰ ਤੇ ਸਾਡੇ ਪ੍ਰਸ਼ਾਸਨ ਨੂੰ, ਜੇਕਰ ਅੱਜ ਖਰੀਦ ਸ਼ੁਰੂ ਨਾ ਹੋਈ ਤੇ ਕੱਲ ਨੂੰ ਜਿਹੜੇ ਕਿਸਾਨ ਆ ਇਲਾਕੇ ਦੇ ਇਹ ਕੋਈ ਵੱਡਾ ਸੰਘਰਸ਼ ਕਰਨਗੇ, ਕੋਈ ਐਕਸ਼ਨ ਲੈਣ ਵਾਸਤੇ ਮਜਬੂਰ ਹੋਣਗੇ, ਜਿਸ ਦੀ ਸਾਰੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ, ਸਿਵਲ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਦੀ ਹੋਊਗੀ। ਕੋਈ ਨਾ ਕੋਈ ਅਸੀਂ ਐਕਸ਼ਨ ਜ਼ਰੂਰ ਲਵਾਂਗੇ ਜੇ ਅੱਜ ਖਰੀਦ ਸ਼ੁਰੂ ਨਾ ਹੋਈ। ਇਹ ਵਿਜਿਟ ਜਿਹੜੀ ਹੈਗੀ ਹੈ ਸਰਕਾਰ ਦੀਆਂ ਹਦਾਇਤਾਂ ਨੇ ਕਿ ਮੰਡੀਆਂ ਦੇ ਵਿੱਚ ਜਿਹੜੀ ਵੀ ਫਸਲ ਆ ਰਹੀ ਹੈਗੀ ਹੈ ਉਹ ਪ੍ਰੋਪਰ ਟਾਈਮ ਦੇ ਉੱਤੇ ਚੁੱਕੀ ਜਾਣੀ ਚਾਹੀਦੀ ਹੈ। ਕਿਸਾਨਾਂ ਨੂੰ ਔਰ ਮੰਡੀ ਦੇ ਵਿੱਚ ਜਿਹੜੇ ਫਸਲ ਲੈ ਕੇ ਆ ਰਹੇ ਉਹਨਾਂ ਨੂੰ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ। ਸਰਕਾਰ ਚਾਹੁੰਦੀ ਹੈ ਕਿ ਕਿਸੇ ਨੂੰ ਕੋਈ ਪ੍ਰੋਬਲਮ ਨਾ ਹੋਵੇ, ਇਸ ਕਰਕੇ ਵਿਜ਼ਿਟ ਕੀਤੀ ਹੈ। ਝੋਨੇ ਦੀ
ਜਿਹੜੀ ਵੀ ਚੁੱਕ ਹੋ ਰਹੀ ਹੈ ਉਹਨਾਂ ਦੇ ਮੋਇਸਚਰ ਦੀ ਜੇ ਕੋਈ ਪ੍ਰੋਬਲਮ ਆ ਰਹੀ ਹੈ ਉਹਨੂੰ ਚੈੱਕ ਕੀਤਾ ਗਿਆ। ਐਸਡੀਐਮ ਸਾਹਿਬ ਆਲਰੇਡੀ ਸਾਰੀ ਸੁਪਰਵਾਈਜ਼ ਕਰ ਰਹੇ ਹੈ ਤੇ ਵਿਜ਼ਿਟ ਇਸੇ ਕਨੈਕਸ਼ਨ ਦੇ ਵਿੱਚ ਹੈਗੀ ਹੈ ਕਿ ਸਾਡੀ ਜਿਹੜੇ ਕਿਸਾਨ ਵੀਰ ਆਪਣੀਆਂ ਫਸਲਾਂ ਲੈ ਕੇ ਆ ਰਹੇ ਨੇ ਮੰਡੀਆਂ ਦੇ ਵਿੱਚ ਉਹਨੂੰ ਕਿਸੇ ਵੀ ਤਰ੍ਹਾਂ ਦੀ ਉਹਨੂੰ ਵੇਚਣ ਵਾਸਤੇ ਸ਼ੈਲਰਸ ਨੂੰ ਚੁੱਕਣ ਵਾਸਤੇ ਕੋਈ ਪ੍ਰੋਬਲਮ ਨਾ ਆਵੇ। ਉਧਰ ਬੀਤੇ ਦਿਨੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਮੁਲਾਕਾਤ ਕਰਨ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਗਏ ਸੀ। ਦਲਜੀਤ ਸਿੰਘ ਚੀਮਾ ਦੇ ਵੱਲੋਂ ਇਸ ਮੌਕੇ ਦੇ ਉੱਤੇ ਮੀਡੀਆ ਨਾਲ ਗੱਲਬਾਤ ਕੀਤੀ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਮੌਜੂਦਾ ਦੌਰ 'ਚ ਕਾਂਗਰਸ ਬਹੁਤ ਵੱਡੇ ਬੈਕਫੁੱਟ ਦੇ ਉੱਤੇ ਆ ਚੁੱਕੀ ਹੈ ਤੇ ਕਾਂਗਰਸ ਇਸੇ ਕਰਕੇ ਬਾਰ-ਬਾਰ ਮੁੱਖ ਮੰਤਰੀ ਬਦਲ ਕੇ ਵੇਖ ਰਹੀ ਹੈ। ਸੋ ਉਹਨਾਂ ਨੇ ਕਈ ਵੱਡੀਆਂ ਟਿੱਪਣੀਆਂ ਕਾਂਗਰਸ ਦੇ ਉੱਤੇ ਕੀਤੀਆਂ ਨੇ। ਕੀ ਕੁਝ ਕਹਿ ਰਹੇ ਨੇ ਦਲਜੀਤ ਚੀਮਾ, ਸੁਣੋ। ਜੋ ਲੋਕਾਂ ਦੇ ਮਨ ਦੀ ਭਾਵਨਾ ਉਹਨੂੰ ਸਮਝਣਾ ਚਾਹੀਦਾ। ਕੇਸ ਰਜਿਸਟਰ ਹੋ ਗਿਆ, ਪਰ ਜਿਹੜੇ ਵੀ ਦੋਸ਼ੀ ਨੇ ਅਗਰ ਉਹਨਾਂ ਦੇ ਅਰੈਸਟ ਦੇ ਵਿੱਚ ਜਿਹੜੀ ਹੈ ਦੇਰੀ ਹੁੰਦੀ ਹੈ ਤੇ ਕੁਦਰਤੀ ਗੱਲ ਹੈ ਵੱਡੀ ਬੇਚੈਨੀ ਜਿਹੜੀ ਆ ਉਹ ਹੁੰਦੀ। ਇਸ ਕਰਕੇ ਜਿਹੜੇ ਮੇਨ ਦੋਸ਼ੀ ਆ ਜਿਹੜੇ ਵੀ ਹੈ ਉਹਨਾਂ ਸਾਰਿਆਂ ਦੇ ਖਿਲਾਫ ਕੇਸ ਦਰਜ ਕਰਨ ਦਾ ਮਕਸਦ ਤਾਂ ਹੀ ਪੂਰਾ ਹੁੰਦਾ ਜੇ ਉਹਨਾਂ ਦੀ ਇਮੀਡੀਏਟ ਅਰੈਸਟ ਹੋਵੇ, ਕਿਉਂਕਿ ਵੱਡੀ ਗਿਣਤੀ ਦੇ ਵਿੱਚ ਜਾਨਾਂ ਗਈਆਂ। ਦੂਜੀ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਜਿਹੜੀ ਆ ਉਹ ਸਾਰਿਆਂ ਦੀ ਡਿਊਟੀ ਬਣਦੀ ਹੈ ਕਿ ਬਣਾ ਕੇ ਰੱਖੋ, ਕਿਉਂਕਿ ਬਹੁਤ ਵੱਡਾ ਦੁਖਾਂਤ ਵਾਪਰਿਆ। ਸਾਰੇ ਦੇਸ਼ ਨੂੰ ਇਸ ਦੁਖਾਂਤ ਨੇ ਹਿਲਾ ਕੇ ਰੱਖ ਦਿੱਤਾ, ਸਭ ਦੀ ਚਿੰਤਾ ਵੀ ਹੈ। ਇਸ ਲਈ ਸਾਰਿਆਂ ਦੀ ਹੁਣ ਡਿਊਟੀ ਇਹ ਵੀ ਬਣਦੀ ਹੈ, ਕੋਈ ਵੀ ਪਾਰਟੀ ਹੋਵੇ ਸਾਰਿਆਂ ਦੀ ਡਿਊਟੀ ਬਣਦੀ ਹੈ ਕਿ ਅਮਨ ਸ਼ਾਂਤੀ ਭਾਈਚਾਰਕ ਸਾਂਝ ਜਿਹੜੀ ਹੈ ਉਹ ਬਣੀ ਰਹਿਣੀ ਚਾਹੀਦੀ। ਪਰ ਇਨਸਾਫ ਜਿਹੜਾ ਪੀੜਤ ਪਰਿਵਾਰਾਂ ਨੂੰ ਉਹ ਫਸਟ ਪ੍ਰਾਇੋਰਟੀ ਹੈ, ਉਹ ਮਿਲਣਾ ਚਾਹੀਦਾ। ਸਾਡਾ ਵੀ ਡੈਲੀਗੇਸ਼ਨ ਪਾਰਟੀ ਦਾ ਉੱਥੇ ਜਾ ਰਿਹਾ। ਪਹਿਲਾਂ ਉਸ ਦਿਨ ਅਸੀਂ ਕੋਸ਼ਿਸ਼ ਕੀਤੀ ਸੀ ਤੇ ਸਾਰਿਆਂ ਦੀ ਐਂਟਰੀ ਉਹਨਾਂ ਨੇ ਸੰਸਕਾਰ ਤੱਕ ਬੰਦ ਕੀਤੀ ਹੋਈ ਸੀ। ਜਿਹੜੇ ਜ਼ਖਮੀ ਹੋਏ ਸੀਗੇ ਉੱਥੇ ਜਿਹੜੇ ਉਹਨਾਂ ਦਾ ਪਤਾ ਸਾਡੇ ਸਰਦਾਰ ਪ੍ਰੋਫੈਸਰ ਚੰਦੂ ਮਾਜਰਾ ਸਾਹਿਬ ਤੇ ਸਾਥੀ ਉੱਥੇ ਲੈ ਕੇ ਆਏ ਜਿਹੜੇ ਦਿੱਲੀ ਦਾਖਲ ਸੀ। ਹੁਣ ਫਿਰ ਡੈਲੀਗੇਸ਼ਨ ਜਿਹੜਾ ਉੱਥੇ ਜਾਏਗਾ, ਸਾਰੀ ਗਰਾਊਂਡ ਦੀ ਸਥਿਤੀ ਰਿਪੋਰਟ ਜਿਹੜੀ ਹੈ ਜਾ ਕੇ ਦੇਖਣਗੇ, ਉਹਦੇ ਮੁਤਾਬਕ ਫਿਰ ਹੋਰ ਜੇ ਕੋਈ ਅੱਗੇ ਪਾਰਟੀ ਨੂੰ ਕਰਨ ਦੀ ਲੋੜ ਹੋਈ ਤੇ ਜ਼ਰੂਰ ਕਰਾਂਗੇ। ਤੇ ਹੁਣ ਰੁਖ ਭਾਜਪਾ ਦੇ ਵੱਲ ਕਰਾਂਗੇ। ਭਾਜਪਾ ਦੇ ਵੱਲੋਂ ਕੌਮੀ ਕਾਰਜਕਾਰਨੀ ਦਾ ਵਿਸਥਾਰ ਕੀਤਾ ਗਿਆ। ਇਸ ਵਿਸਥਾਰ ਦੇ ਵਿੱਚ ਉਹਨਾਂ ਦੇ ਵੱਲੋਂ ਵਰੁਣ ਗਾਂਧੀ ਅਤੇ ਮੇਨਕਾ ਗਾਂਧੀ ਨੂੰ ਜਗ੍ਹਾ ਨਹੀਂ ਦਿੱਤੀ ਗਈ। ਹਾਲਾਂਕਿ ਪਹਿਲਾਂ ਇਹ ਦੋਵੇਂ ਵੱਡੇ ਚਿਹਰੇ ਇਸ ਦਾ ਹਿੱਸਾ ਹੋਇਆ ਕਰਦੇ ਸੀ, ਪਰ ਲਗਾਤਾਰ ਵਰੁਣ ਗਾਂਧੀ ਜਿਸ ਤਰ੍ਹਾਂ ਦੇ ਪੱਤਰ ਲਿਖ ਰਹੇ ਨੇ ਇਸ ਤੋਂ ਨਾਰਾਜ਼ਗੀ ਜਿਹੜੀ ਸਾਹਮਣੇ ਆਈ ਹੈ ਕਿ ਹਾਈ ਕਮਾਨ ਨੇ ਨਾਰਾਜ਼ਗੀ ਵੀ ਜਤਾਈ ਹੈ। ਸੋ ਇਸ ਨੂੰ ਲੈ ਕੇ ਵੀ ਹਰਜੀਤ ਗਰੇਵਾਲ ਨੇ ਪ੍ਰਤੀਕਰਮ ਦਿੱਤਾ ਹੈ, ਕਿਉਂਕਿ ਵਰੁਣ ਗਾਂਧੀ ਤੇ ਮੇਨਕਾ ਗਾਂਧੀ ਨੂੰ ਬੇਸ਼ੱਕ ਬੀਜੇਪੀ ਦੇ ਵੱਲੋਂ ਸੰਗਠਨ ਦੇ ਵਿੱਚ ਜ਼ਿੰਮੇਵਾਰੀ ਨਹੀਂ ਮਿਲੀ, ਪਰ ਹਰਜੀਤ ਗਰੇਵਾਲ ਨੂੰ ਜ਼ਰੂਰ ਉਹਨਾਂ ਦੇ ਬਿਆਨਾਂ ਕਰਕੇ ਜ਼ਿੰਮੇਵਾਰੀ ਜਿਹੜੀ ਮਿਲ ਚੁੱਕੀ ਹੈ। ਹਰਜੀਤ ਗਰੇਵਾਲ ਦਾ ਬਿਆਨ ਇਸ ਸਭ ਦੇ ਉੱਤੇ ਕੀ ਕੁਝ ਕਹਿ ਰਹੇ ਨੇ, ਉਹ ਸੁਣੋ। हाईकमांड का बहुत धन्यवाद है, नड्डा जी का भी, अमित शाह जी का, मोदी जी का, सारी लीडरशिप का। उन्होंने मेरे में विश्वास रखा और मुझे स्थान दिया। तो मैं कोशिश करूँगा कि जो वो सोच रहे हैं कि मेरे से क्या काम लेना है वो मैं पूरा हूँ उस पर। लेकिन आपने भूमिका पिछले दिनों अगर बात करें किसानी आंदोलन चल रहा है, उसमें भूमिका निभाई, क्या लगता है उस भूमिका की वजह से आपको ये पद दिया गया है? ऐसा कुछ नहीं होता हमारे यहाँ। अब जो पार्टी के सिस्टम को समझते हैं वो ऐसा सवाल भी नहीं करेंगे, क्वेश्चन भी नहीं करेंगे। हमारे यहाँ तो धीरे धीरे निरंतर चलने वाली ये प्रक्रिया है कार्यकर्ता निर्माण की। पार्टी कैडर बेस्ड कम मास बेस्ड ऑर्गेनाइजेशन है, उसी तरह से लोगों को लिया जाता है। अब ये तो लीडरशिप वाले बता सकते हैं उन्होंने क्यों लिया, क्या बात है। मैं पहले भी रहा हूँ, 18 वर्ष रहा हूँ लगातार, राष्ट्रीय मंत्री रहा पार्टी का, अलग अलग जिम्मेदारियाँ बहुत रही हैं। तो अब फिर जिम्मेदारी दी है, तो बहुत बहुत धन्यवाद। इसमें कुछ नहीं होता, किसी की ना छुट्टी होती है ना किसी की नियुक्ति होती है। अपने अपनी जगह काम करते हैं, किसी के पास कोई जिम्मेदारी है, किसी के पास कोई है। कभी जब जहाँ पार्टी ज़रूरत समझती है सबसे काम लेती है, सभी अपने साथी हैं, इसमें क्या है, ऐसा कुछ नहीं है। मैं किसी के बारे में कोई कमेंट्स नहीं करूँगा। ਉਧਰ ਯੂਪੀ ਘਟਨਾ ਨੂੰ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਜੋ ਕੁਝ ਵਰਤਾਂਤ ਵਾਪਰਿਆ ਯੂਪੀ ਦੇ ਲਖੀਮਪੁਰ ਖੀਰੀ ਦੇ ਵਿੱਚ ਉਸ ਦੇ ਉੱਤੇ ਸਿਆਸਤ ਨਹੀਂ ਹੋਣੀ ਚਾਹੀਦੀ। ਜੋ ਲੋਕ ਇਸ ਧਰਤੀ ਤੋਂ ਗਏ ਨੇ ਉਹਨਾਂ ਦਾ ਦੁੱਖ ਹੋਣਾ ਚਾਹੀਦਾ ਤੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਕਿਸ ਤਰ੍ਹਾਂ ਅੱਗੇ ਵਧਣਾ, ਇਸ ਚੀਜ਼ ਦਾ ਵਿਉਂਤਬੰਦੀ ਜਿਹੜੀ ਉਹ ਬਣਨੀ ਚਾਹੀਦੀ ਹੈ। ਕਿ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਦੇ ਵਿੱਚ ਕਿਸਾਨਾਂ ਦਾ ਬੇਰਹਿਮੀ ਦੇ ਨਾਲ ਕਤਲ ਕੀਤੇ ਜਾਣਾ ਬਹੁਤ ਹੀ ਮੰਦਭਾਗਾ ਹੈ ਤੇ ਇਸ ਤੋਂ ਵੀ ਮੰਦਭਾਗਾ ਹੈ ਦੋਸ਼ੀਆਂ ਦੇ ਉੱਤੇ ਕਾਰਵਾਈ ਨਾ ਕਰਨਾ ਤੇ ਸਰਕਾਰ ਵੱਲੋਂ ਆਨਾਕਾਨੀ ਕਰਨਾ, ਕਿਉਂਕਿ ਸਰਕਾਰ ਦਾ ਫਰਜ਼ ਹੁੰਦਾ ਹੈ ਸਹੀ ਇਨਸਾਫ ਉਹ ਆਪਣੇ ਲੋਕਾਂ ਨਾਲ ਕਰੇ ਤੇ ਇਨਸਾਫ ਕਰਨ ਦੀ ਜਗ੍ਹਾ ਇਨਸਾਫ ਤੋਂ ਭੱਜਣਾ ਇਹ ਵੀ ਜਿਹੜਾ ਹੈ ਬਹੁਤ ਹੀ ਇੱਕ ਅਫਸੋਸਨਾਕ ਹੁੰਦਾ ਹੈ। ਜਿਹੜੇ ਕਿਸਾਨਾਂ ਦੇ
ਬਲਦੇ ਸਿਵੇ ਦੇ ਅੱਗ ਦੇ ਨਾਲ ਸਿਆਸੀ ਰੋਟੀਆਂ ਸੇਕਣਾ ਚਾਹੁੰਦੇ ਆ, ਇਹ ਵੀ ਸ਼ੋਭਨੀਕ ਵਰਤਾਰਾ ਨਹੀਂ ਹੈ। ਸਗੋਂ ਸਿਆਸੀ ਪਾਰਟੀਆਂ ਦਾ ਫਰਜ਼ ਹੈ ਕਿ ਉਹ ਇਕਜੁੱਟ ਹੋ ਕੇ ਸਰਕਾਰ ਦੇ ਖਿਲਾਫ ਜਦੋਜਹਿਦ ਕਰਨ ਤੇ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਸਜ਼ਾਵਾਂ ਦਿਵਾਉਣ ਦੇ ਵਿੱਚ ਆਪਣੀ ਬਣਦੀ ਭੂਮਿਕਾ ਜਿਹੜੀ ਹੈ ਉਹ ਅਦਾ ਕਰਨ। ਤੇ ਇਹਦੇ ਨਾਲ ਅਸੀਂ ਇਹ ਵੀ ਕਹਿਣਾ ਚਾਹੁੰਦੇ ਹਾਂ ਕਿ ਭਾਰਤ ਅਤੇ ਖਾਸ ਤੌਰ ਤੇ ਯੂਪੀ ਦੇ ਅੰਦਰ ਜਿਹੜੀ ਭਾਈਚਾਰਕ ਸਾਂਝ ਹੈ ਇਹਨੂੰ ਕਾਇਮ ਰੱਖਿਆ ਜਾਵੇ। ਇਹਨੂੰ ਕਿਸੇ ਕਿਸਮ ਦੀ ਸੱਟ ਜਿਹੜੀ ਹੈ ਉਹ ਵੱਜਣੀ ਨਹੀਂ ਚਾਹੀਦੀ, ਕਿਉਂਕਿ ਇਹਦੇ ਨਾਲ ਬਹੁਤ ਵੱਡਾ ਜਿਹੜਾ ਹੈ ਨੁਕਸਾਨ ਹੋਣ ਦਾ ਖਦਸ਼ਾ ਹੈ। ਬਿਲਕੁਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਦੇ ਵਿੱਚ ਦੇਰੀ, ਤੇ ਜੇ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਹੋ ਚੁੱਕੀ ਹੈ ਤੇ ਕੀ ਕਾਰਨ ਹੈ ਕਿ ਇੰਨੇ ਦਿਨ ਬੀਤ ਗਏ? ਮੇਰੇ ਖਿਆਲ ਦਿਨ ਨਹੀਂ, ਮਹੀਨਾ ਬੀਤ ਗਿਆ, ਸ਼ਾਇਦ ਮਹੀਨੇ ਤੋਂ ਵੀ ਵੱਧ ਸਮਾਂ ਬੀਤ ਗਿਆ ਤੇ ਅਜੇ ਤੱਕ ਕਮੇਟੀ ਦਾ ਗਠਨ ਜਿਹੜਾ ਹੈ ਉਹ ਨਹੀਂ ਹੋ ਰਿਹਾ। ਰੋੜੇ ਜਿਹੜੇ ਹੈ ਉਹ ਅਟਕਾਈ ਜਾ ਰਹੇ ਆ। 2 ਮੈਂਬਰ ਸਿੰਘ ਸਭਾਵਾਂ ਦੇ ਵਿੱਚੋਂ ਲਏ ਜਾਂਦੇ ਸੀ ਤੇ ਜਿਹੜੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਨੂੰ ਜਾਣਕਾਰੀ ਦਿੱਤੀ ਹੈ ਕਿ ਇਸ ਵਾਰ ਸਰਕਾਰ ਨੇ ਜਿਹੜਾ ਹੈ 5 ਸਿੰਘ ਸਭਾਵਾਂ ਦੇ ਮੈਂਬਰ ਜਿਹੜੇ ਆ ਉਹ ਨਾਮਜ਼ਦ ਕਰ ਲਏ ਤੇ ਫਿਰ ਜਿਹੜੇ ਪਹਿਲੇ 3 ਉਹਨਾਂ ਨੂੰ ਰੱਦ ਕਰਤਾ, ਮਗਰਲੇ 2 ਨੂੰ ਜਿਹੜਾ ਹੈ ਉਹ ਉਹਨਾਂ ਦੀ ਜਿਹੜੀ ਨੋਮੀਨੇਸ਼ਨ ਹੈ ਮਨਜ਼ੂਰ ਕਰ ਲਈ। ਕਿਤੇ ਇੱਕ ਜਿਹੜਾ ਪ੍ਰਧਾਨ ਨਹੀਂ ਹੈ ਉਹਨੂੰ ਮੈਂਬਰ ਨਾਮਜ਼ਦ ਕਰ ਲਿਆ, ਜਦੋਂ ਦੂਜੇ ਪ੍ਰਧਾਨ ਨੇ ਦਾਅਵਾ ਜਤਾਤਾ ਕਿ ਮੈਂ ਪ੍ਰਧਾਨ ਹਾਂ ਤੇ ਉੱਥੇ ਇਹ ਕਹਿ ਕੇ ਜਿਹੜਾ ਰੋਕ ਲਾਤੀ ਕਿ ਇਹਦਾ ਤਾਂ ਡਿਸਪਿਊਟ ਹੈ, ਇਸ ਕਰਕੇ ਨਾਮਜ਼ਦ ਜਿਹੜੀ ਹੈ ਰੋਕੀ ਜਾਂਦੀ ਹੈ। ਤੇ ਹੁਣ ਰੁਕ ਕਰਦੇ ਹਾਂ ਗੁਰੂ ਨਗਰੀ ਅੰਮ੍ਰਿਤਸਰ ਦੇ ਵੱਲ। ਅੰਮ੍ਰਿਤਸਰ ਦੇ ਵਿੱਚ ਅਧਿਆਪਕਾਂ ਦੇ ਵੱਲੋਂ 7ਵੇਂ ਪੇ ਕਮਿਸ਼ਨ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਸਾਡੀਆਂ ਮੰਗਾਂ ਨੂੰ ਵੀ ਸਰਕਾਰ ਨੂੰ ਸੁਣਨਾ ਚਾਹੀਦਾ ਤੇ ਪੇ ਕਮਿਸ਼ਨ ਤੋਂ ਵੀ ਉਹ ਨਾਖੁਸ਼ ਨਜ਼ਰ ਆਏ ਨੇ। ਸਾਡਾ ਅੱਜ ਦਾ ਇਹ ਕੈਂਡਲ ਮਾਰਚ ਪੰਜਾਬ ਸਰਕਾਰ ਦੇ ਅਗੇਂਸਟ ਹੈ, ਪੰਜਾਬ ਸਰਕਾਰ ਦੇ ਵਿਰੁੱਧ ਹੈ। ਇਹ ਗੂੰਗੀ ਬੈਲੀ ਜਿਹੜੀ ਸਰਕਾਰ ਹੈ ਇਹਨੂੰ ਜਗਾਉਣ ਵਾਸਤੇ ਸਾਨੂੰ ਸੜਕਾਂ ਤੇ ਆਉਣਾ ਪਿਆ। ਮੈਂ ਦੱਸਣਾ ਚਾਹਾਂਗਾ ਕਿ 7th ਪੇ ਕਮਿਸ਼ਨ ਹੈ ਜਿਹੜਾ UGC ਦੁਆਰਾ ਲਾਗੂ ਕੀਤਾ ਜਾਂਦਾ ਹੈ ਔਰ ਆਲ ਓਵਰ ਇੰਡੀਆ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਅਤੇ ਕਾਲਜਾਂ ਦੇ ਵਾਸਤੇ ਇਹ 7th ਪੇ ਕਮਿਸ਼ਨ ਸੈਂਟਰ ਗਵਰਨਮੈਂਟ ਵੱਲੋਂ ਅਨਾਉਂਸ ਕੀਤਾ ਗਿਆ ਸਤੰਬਰ 2017 ਚ ਔਰ ਬਹੁਤ ਸਾਰੇ ਸਟੇਟਾਂ ਨੇ 2017 ਦੇ ਵਿੱਚ ਲਾਗੂ ਕਰਤਾ, ਕਿਸੇ ਨੇ 18 ਚ ਲਾਗੂ ਕਰ ਦਿੱਤਾ ਔਰ ਇਸ ਵੇਲੇ 99% ਸਟੇਟਾਂ ਦੇ ਵਿੱਚ ਯੂਨੀਵਰਸਿਟੀ ਤੇ ਕਾਲਜ ਅਧਿਆਪਕਾਂ ਨੂੰ ਇਹ 7th ਪੇ ਕਮਿਸ਼ਨ ਮਿਲ ਚੁੱਕਾ ਹੈ। ਕੇਵਲ ਪੰਜਾਬ, ਚੰਡੀਗੜ੍ਹ ਤੇ ਹਿਮਾਚਲ ਰਹਿੰਦਾ। ਪੰਜਾਬ ਦੇ ਨਾਲ ਚੰਡੀਗੜ੍ਹ ਜੁੜਿਆ ਹੋਇਆ ਤੇ ਹਿਮਾਚਲ ਸਾਨੂੰ ਫੋਲੋ ਕਰਦਾ। ਕਹਿਣ ਦਾ ਮਤਲਬ ਇਕੱਲਾ ਪੰਜਾਬ ਰਹਿ ਗਿਆ। ਪਰੰਤੂ ਪਿਛਲੇ ਲੰਬੇ ਸਮੇਂ ਤੋਂ ਅਸੀਂ 1 ਸਾਲ ਸਾਨੂੰ ਹੋ ਗਿਆ ਹੈ ਇਹਨਾਂ ਸਰਕਾਰਾਂ ਦੇ ਕੋਲੇ ਰੌਲਾ ਪਾਉਂਦਿਆਂ ਨੂੰ ਕਿ ਤੁਸੀਂ 7th ਪੇ ਕਮਿਸ਼ਨ ਲਾਗੂ ਕਰੋ, 7th ਪੇ ਕਮਿਸ਼ਨ ਲਾਗੂ ਕਰੋ, ਲੇਕਿਨ ਇਹਨਾਂ ਸਰਕਾਰਾਂ ਨੇ ਸਾਡੇ ਵੱਲ ਧਿਆਨ ਨਹੀਂ ਦਿੱਤਾ। ਇਹ ਮਾਰਚ ਜਿਹੜਾ ਹੁਣ ਭੰਡਾਰੀ ਬ੍ਰਿਜ ਤੋਂ ਸ਼ੁਰੂ ਹੋ ਕੇ ਇਹ ਹਾਲ ਗੇਟ ਤੱਕ ਜਾਏਗਾ ਔਰ ਜਿਹੜੀ ਗੂੰਗੀ ਬਹਿਰੀ ਔਰ ਬੋਲੀ ਸਰਕਾਰ ਹੈ ਉਹਨੂੰ ਇਹ ਜਿਤਾਉਣ ਵਾਸਤੇ ਉਹਨੂੰ ਇਹ ਚੇਤਾਵਨੀ ਹੈ ਸਾਡੀ ਵੀ ਜਿਹੜੇ ਅਧਿਆਪਕਾਂ ਦੇ 7th ਪੇ ਕਮਿਸ਼ਨ ਹੈ ਜਿਹੜੇ ਸਾਰੇ ਇੰਡੀਆ ਵਿੱਚ ਲਾਗੂ ਹੋ ਚੁੱਕੇ ਆ, ਸਿਰਫ ਪੰਜਾਬ ਹੈ ਔਰ ਚੰਡੀਗੜ੍ਹ ਔਰ ਹਿਮਾਚਲ ਇਹਨਾਂ 'ਚ ਇਹ ਸਕੇਲ ਲਾਗੂ ਨਹੀਂ ਕੀਤੇ ਗਏ। ਜੇ ਇਹ ਸਕੇਲ ਲਾਗੂ ਨਹੀਂ ਕੀਤੇ ਜਾਣਗੇ ਤੇ ਅਸੀਂ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ, ਜੇਲ੍ਹਾਂ ਜੇ ਅੰਦੋਲਨ ਕਰਾਂਗੇ। ਉਧਰ ਲਖੀਮਪੁਰ ਖੀਰੀ ਦੀ ਘਟਨਾ ਦਰਮਿਆਨ ਇਸ ਧਰਤੀ ਤੋਂ ਜਾਣ ਵਾਲੇ ਲੋਕਾਂ ਨੂੰ ਯਾਦ ਕਰਦਿਆਂ ਇੱਕ ਸ਼ਰਧਾਂਜਲੀ ਸਮਾਗਮ ਕੀਤਾ ਗਿਆ। ਇਸ ਦੇ ਵਿੱਚ ਕੈਂਡਲ ਮਾਰਚ ਜਿਹੜਾ ਸ਼ਹਿਰ ਵਾਸੀਆਂ ਦੇ ਵੱਲੋਂ ਕੱਢਿਆ ਗਿਆ। ਦੱਸਦੇ ਕਿ ਸ਼ਹਿਰ ਵਾਸੀਆਂ ਦਾ ਕਹਿਣਾ ਸੀ ਕਿ ਜੋ ਵਰਤਾਂਤ ਉੱਥੇ ਵਾਪਰਿਆ, ਜੋ ਵੀਡੀਓਜ਼ ਉੱਥੋਂ ਆਈਆਂ ਨੇ ਉਹ ਬਹੁਤ ਹੀ ਦੁਖਦਾਈ ਨੇ। ਇਹਨਾਂ ਤਸਵੀਰਾਂ ਦੇ ਨਾਲ ਹਰ ਇੱਕ ਦੇ ਹਿਰਦੇ ਵਲੂੰਦਰੇ ਗਏ ਨੇ। ਜਿਹੜਾ ਅੱਜ ਕੈਂਡਲ ਮਾਰਚ ਕੱਢਿਆ ਹੈ ਪੂਰੇ ਸ਼ਹਿਰ ਵਾਸੀਆਂ ਨੂੰ ਜਿਹੜਾ ਦਿਲ 'ਚ ਕਿਸਾਨਾਂ ਲਈ ਹਮਦਰਦ ਰੱਖਦੇ ਨੇ। ਸਭ ਤੋਂ ਪਹਿਲਾਂ ਇਹ ਸਟੂਡੈਂਟਸ ਹੋ ਗਏ, ਕਾਲਜ ਵਾਲੇ ਲੜਕੇ ਹੋ ਗਏ, ਸਾਰੇ ਸਾਂਝਾ ਇਹ ਕੈਂਡਲ ਮਾਰਚ ਕੱਢਿਆ ਸੀ। ਇਹ ਲਖੀਮਪੁਰ ਖੀਰੀ ਦੇ ਵਿੱਚ ਯੂਪੀ ਸਰਕਾਰ ਦੇ ਕਿਸੇ ਮੰਤਰੀ ਦੇ ਬੱਚੇ ਵੱਲੋਂ ਇੱਕ ਕਿਸਾਨਾਂ ਨੂੰ ਪਿੱਠ ਪਿੱਛੇ ਤੇ ਗੱਡੀ ਚਾੜੀ ਜਿਹੜੀ ਵੀਡੀਓ ਵਾਇਰਲ ਹੋਈ ਹੈ ਉਸ ਸੰਬੰਧ ਵਿੱਚ ਕੈਂਡਲ ਮਾਰਚ ਕੱਢਿਆ। ਤੇ ਯੂਪੀ ਸਰਕਾਰ ਵੱਲੋਂ ਅੱਜ 45 ਲੱਖ ਰੁਪਏ ਦਾ ਚੈੱਕ ਵੀ ਦਿੱਤਾ ਗਿਆ ਕਿਸਾਨ ਸ਼ਹੀਦ ਪਰਿਵਾਰ ਨੂੰ ਮਦਦ ਦੇ ਲਈ, ਕਿਵੇਂ ਦੇਖਦੇ ਹੋ? ਦੇਖੋ 45 ਲੱਖ ਰੁਪਏ ਦਿੱਤਾ ਤਾਂ ਜਾ ਰਿਹਾ, ਮੈਂ ਇਸ ਦਾ ਵਿਰੋਧ ਨਹੀਂ ਕਰਦਾ। 45 ਲੱਖ ਛੱਡ ਕਰੋੜ 2 ਕਰੋੜ ਰੁਪਏ ਦੇਣਾ ਚਾਹੀਦਾ ਸੀ, ਪਰ ਜਿਹੜਾ ਇਹ ਪੈਸਾ ਦੇਣਾ ਚਾਹੀਦਾ ਤਾਂ ਜਿਹੜੇ ਦੋਸ਼ੀ ਨੇ ਉਹਨਾਂ ਦੀ ਜਾਇਦਾਦ ਚੱਲ ਜਾਇਦਾਦ 'ਚੋਂ ਦੇਣਾ ਚਾਹੀਦਾ ਤਾਂ ਜਾਂ BJP ਪਾਰਟੀ ਨੂੰ ਆਪਣੇ ਫੰਡ 'ਚੋਂ ਦੇਣਾ ਚਾਹੀਦਾ ਤਾਂ। ਇਹ ਲੋਕਾਂ ਦਾ ਟੈਕਸ ਦਾ ਪੈਸਾ ਹੈ, ਲੋਕਾਂ ਨੂੰ ਦੇ ਕੇ ਲੋਕਾਂ ਲਈ ਉਹ ਸਿਆਸੀ ਸਟੰਟ ਖੇਡਿਆ ਜਾ ਰਿਹਾ ਹੈ। ਇਹ ਇਦਾਂ ਨਹੀਂ ਹੋਣਾ ਚਾਹੀਦਾ। ਸਾਰੇ ਅੱਜ ਇਕੱਠੇ ਹੋਏ ਆ, ਉਸ ਚੀਜ਼ ਦਾ ਵਿਰੋਧ ਕਰ ਰਹੇ ਹਾਂ ਅਸੀਂ ਜਿਹੜੇ ਕਿਸਾਨਾਂ ਨੂੰ ਉਹਨਾਂ ਨੇ UP 'ਚ ਮਾਰਿਆ। ਜੇ ਹਾਲੇ ਤੱਕ ਗ੍ਰਿਫਤਾਰ ਨਹੀਂ ਹੋਇਆ ਨਾ ਜਿਹੜਾ ਅਸਤੀਫਾ ਲਿਆ ਗਿਆ ਉਸ ਮੰਤਰੀ ਤੋਂ, ਹਾਂਜੀ ਗ੍ਰਿਫਤਾਰੀ ਨਹੀਂ ਹੋਈ ਹਾਲੇ ਤੱਕ ਦੋਸ਼ੀਆਂ ਦੀ। ਹਾਂਜੀ ਹਾਲੇ ਤੱਕ ਗ੍ਰਿਫਤਾਰੀ ਨਹੀਂ ਹੋਈ। ਉਹੀ ਹੈ ਨਾ ਜੀ, ਪੋਲੀਟਿਕਸ ਸਾਰੀ ਮਤਲਬ ਇਹਨਾਂ ਦੇ ਨਾਲ ਹੀ ਹੈ। ਇਸ ਚੀਜ਼ ਤੋਂ ਪਤਾ ਲੱਗਦਾ ਕਿ ਸਰਕਾਰ ਇਹਨਾਂ ਦੇ ਨਾਲ ਹੈ, ਨਾਲ ਮਿਲੀ ਹੋਈ ਹੈ। ਸਰਕਾਰ UP ਸਰਕਾਰ ਹੈ, ਜੇ ਉਹ ਚਾਹਣ ਤਾਂ ਬਹੁਤ ਕੁਝ ਕਰ ਸਕਦੇ ਹਨ, ਲੇਕਿਨ ਉਹਨਾਂ ਦੀ ਗੁੰਡਾਗਰਦੀ ਸਾਫ਼ ਦਿਖ ਰਹੀ ਹੈ ਇੱਥੇ। ਉਧਰ ਬੀਤੇ ਦਿਨੀ 5 ਅਕਤੂਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਸ਼ਹਿਰ ਦੇ ਵਿੱਚ ਚੱਲ ਰਹੇ
ਬੇਰੁਜ਼ਗਾਰ ਅਧਿਆਪਕਾਂ ਦੇ ਪ੍ਰਦਰਸ਼ਨ ਨੂੰ ਚੁਕਵਾ ਦਿੱਤਾ ਗਿਆ ਸੀ ਤੇ ਇਸ ਤੋਂ ਬਾਅਦ ਹੁਣ ਇੱਕ ਵਾਰ ਫਿਰ ਪ੍ਰਦਰਸ਼ਨ ਕਰਦੇ ਵਿਖੇ ਨੇ ਬੇਰੁਜ਼ਗਾਰ ਅਧਿਆਪਕ। ਉਹਨਾਂ ਦਾ ਕਹਿਣਾ ਹੈ ਕਿ ਚਰਨਜੀਤ ਚੰਨੀ ਸਾਡੀ ਬਾਤ ਪੁੱਛਣ, ਕਿਉਂਕਿ ਅਸੀਂ ਲਗਾਤਾਰ ਆਪਣੀਆਂ ਹੱਕੀ ਮੰਗਾਂ ਦੇ ਲਈ ਪ੍ਰਦਰਸ਼ਨ ਕਰ ਰਹੇ ਹਾਂ ਤੇ ਖੁਦ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਨੇ ਆਪਣੀ ਜ਼ੁਬਾਨੀ ਆਪਣਾ ਦੁੱਖ ਸਾਂਝਾ ਕੀਤਾ ਹੈ। 5 ਅਕਤੂਬਰ ਦਾ ਚਿਹਰਾ ਜੋ ਸਾਨੂੰ ਚੰਨੀ ਸਰਕਾਰ ਦਾ ਦੇਖਣ ਨੂੰ ਮਿਲਿਆ ਉਸ ਦੇ ਖਿਲਾਫ, ਕਿਉਂਕਿ ਪਹਿਲਾ ਕੈਪਟਨ ਸੀ ਉਹ ਅਸੀਂ 2018 ਤੋਂ ਪ੍ਰਦਰਸ਼ਨ ਕਰਦੇ ਆ ਰਹੇ ਹਾਂ। ਅਸੀਂ ਇਹਨਾਂ ਬੀਐਡ ਟੈਟ ਪਾਸ ਅਧਿਆਪਕਾਂ ਦਾ ਪੂਰਾ ਪੁਰਜੋਰ ਸਮਰਥਨ ਕਰਦੇ ਹਾਂ। ਪਿਛਲੇ ਦਿਨਾਂ ਦੇ ਵਿੱਚ ਸੰਗਰੂਰ 6 ਮਹੀਨੇ ਤੋਂ ਉੱਪਰ ਇਹਨਾਂ ਨੇ ਇਕੱਲੇ ਰੂਪ 'ਚ ਧਰਨਾ ਚਲਾਇਆ ਸੀ ਔਰ ਪਿਛਲੇ ਦਿਨਾਂ ਦੇ ਵਿੱਚ 9 ਮਹੀਨੇ ਲਗਭਗ ਬੇਰੁਜ਼ਗਾਰ ਸਾਂਝਾ ਮੋਰਚਾ ਦੇ ਵਿੱਚ ਇਹ ਜਥੇਬੰਦੀ ਧਰਨਾ ਚਲਾ ਚੁੱਕੀ ਹੈ। ਇਹ ਬੜੀ ਹੀ ਅਨੁਸ਼ਾਸਿਤ ਜਥੇਬੰਦੀ ਹੈ। ਇਹਨਾਂ ਨੇ ਸੰਘਰਸ਼ ਦੇ ਦੌਰਾਨ ਕਿਤੇ ਵੀ ਕੋਈ ਸੰਪत्ति ਦਾ ਨੁਕਸਾਨ ਨਹੀਂ ਕੀਤਾ, ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ, परंतु फिर भी कांग्रेसी वर्करां बनियों स्थानक लोगों को भड़का के गुंडागर्दी करना ये जनी अति निंदणयोग गल हैगी। सरकार ਨੂੰ ਇਹੀ ਅਪੀਲ ਹੈ ਵੀ SST ਹਿੰਦੀ ਪੰਜਾਬੀ ਦੀਆਂ 9000 ਪੋਸਟਾਂ ਜਾਰੀ ਕੀਤੀਆਂ ਜਾਣ ਤੇ ਸਾਡਾ ਸਾਥੀ ਜੋ ਮਨੀਸ਼ ਫਾਜ਼ਿਲਕਾ ਸੰਗਰੂਰ ਪਾਣੀ ਵਾਲੀ ਟੈਂਕੀ ਉੱਪਰ ਬੈਠਾ ਹੈ ਉਹਦੀ ਸਿਹਤ ਦਿਨੋਂ ਦਿਨ ਵਿਗੜ ਰਹੀ ਹੈ, ਉਹਦੇ ਵੱਲ ਧਿਆਨ ਦਿੱਤਾ ਜਾਵੇ। ਮੈਂ ਇੱਕ ਗੱਲ ਹੋਰ ਕਹਿਣਾ ਚਾਹਾਂਗੀ, उधर बीते दिन तो नवरात्रियां दे पवित्र दिहाड़े की शुरुआत हो चुकी है। पहले नवरात्रे वाले दिन दिल्ली के झंडे वाले मंदिर के विच भी बहुत वड्डे पद्धर के उत्ते संगतां दा हजूम वेखण नूं मिलिया। इस मौके के उत्ते संगतां ने खुशी भी जाहिर की। उन्हों का कहना है कि बहुत समय बाद मंदिरों के विच रौनकां जिहड़ियां ने भरतियां ने, क्योंकि पिछला साल महामारी के दौर के विचों गुजरिया। सो इस करके पहले नवरात्रे के मौके के उत्ते खुशी खुशी नतमस्तक हुंदे नजर आए ने श्रद्धालु। देखिए, मंदिर में स्ट्रिक्ट फॉलो कर रहे हैं हम। गाइडलाइंस जो हैं वो वेरी क्लियर हैं। बिना मास्क के कोई नहीं आएगा, सोशल डिस्टेंसिंग मेंटेन करेंगे, सैनिटाइज़र सबको होगा, थर्मल चेक होगा सबको, वो सब हम कर रहे हैं। सोशल डिस्टेंसिंग का भी पालन हो रहा है। मंदिर में किसी को बैठने की इजाज़त नहीं है। मंदिर में कोई प्रसाद, कोई फूल माला, कोई चुन्नी, कुछ नहीं आ सकता, क्योंकि मंदिर की सफाई के लिए फिर बहुत अव्यवस्था हो जाती है। इसके लिए जो है कि नहीं, ये व्यवस्था की गई है कि कोई प्रसाद वगैरह नहीं लाएगा, और जो भी प्रसाद जहाँ से दर्शनार्थी दर्शन करके निकलेंगे उनको बाहर जाते वक्त निकासी द्वार से प्रसाद मिलेगा। मंदिर में बैठने की किसी को अनुमति नहीं है। बहुत ही शुभ दिन है, पहला नवरात्रा है, तो उसके लिए तो भगत तो बहुत खुश हो रहे हैं, इतने खुश हो रहे हैं कि भाई उनकी खुशी का कोई ठिकाना नहीं है। और इसीलिए फिर सब जिनका मौका लग रहा है वो आते जा रहे हैं जी, और दर्शन करके माँ के और माँ के दर्शनों का लाभ उठा रहे हैं सब। कोरोना की वजह से कपाट जो है वो बंद थे माता के। हाँ, तो फिर उसमें फिर अब घर पे ही करना पड़ता था जी, जो कुछ था घर पे करना पड़ता था। अब यहाँ आके और ज़्यादा खुशी मिल रही है हमारे को। दर्शन करने के लिए आई हूँ, बहुत इच्छा होती थी दर्शन करने की। आज माता रानी की कृपा से आज हम यहाँ दर्शन करने आ पाए हैं। प्रशासन भी बहुत अच्छे से यहाँ पर, बहुत अच्छी सब चीज़, सेफ्टी प्रिकॉशंस सब कुछ है। पंजाब इस वेले दे विच फिलहाल लिए नहीं, फिर मुड़ हाजिर होने नवीं ते ताज़ा अपडेट्स नाल। तद तक लिए मिलते हो इजाजत। बहुत बहुत धन्यवाद।